मैं एक मैसेज देना चाਹੁੰਦਾ ਹਾਂ ਕਿ ਬਹੁਤ ਪਤੇ ਦੀ ਗੱਲ ਆ, ਬਹੁਤ ਜ਼ਰੂਰੀ ਵਿਚਾਰ ਆ ਇਹ ਜੋ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨਾ ਬਹੁਤ ਜ਼ਰੂਰੀ ਆ ਕਿ ਭਾਰਤ ਸਰਕਾਰ ਦਾ ਸਰਕਾਰੀ ਤੰਤਰ ਆਮ ਜਨਤਾ ਦੇ ਨਾਲ, ਆਮ ਜਨਤਾ ਨੂੰ ਧੋਖਾ ਦੇ ਰਿਹਾ। ਤੁਸੀਂ ਖੁਦ ਦੇਖ ਲਓ। ਤੁਸੀਂ ਦੋ ਜਗ੍ਹਾ ਤੋਂ ਵੋਟ ਨਹੀਂ ਦੇ ਸਕਦੇ ਤੇ ਇੱਕ ਨੇਤਾ ਜਿਹੜਾ ਆ ਉਹ ਦੋ ਜਗ੍ਹਾ ਤੋਂ ਖੜ ਸਕਦਾ ਚੋਣਾਂ ਦੇ ਵਿੱਚ ਤੇ ਇਲੈਕਸ਼ਨ ਲੜ ਸਕਦਾ ਆ। ਇਸੇ ਤਰ੍ਹਾਂ ਕਿ ਤੁਸੀਂ ਜੇਲ੍ਹ ਵਿੱਚ ਬੰਦ ਆ ਕਿਸੇ ਵੀ ਕਾਰਨ ਤੇ ਤੁਸੀਂ ਵੋਟ ਨਹੀਂ ਦੇ ਸਕਦੇ, ਜਦ ਕਿ ਜੇ ਨੇਤਾ ਜੇਲ੍ਹ ਦੇ ਵਿੱਚ ਬੰਦ ਆ, ਕੋਈ ਲੀਡਰ ਜੇਲ੍ਹ ਦੇ ਵਿੱਚ ਬੰਦ ਆ ਤੇ ਉਹ ਜੇਲ੍ਹ ਦੇ ਵਿੱਚੋਂ ਵੀ ਚੋਣ ਲੜ ਸਕਦਾ। ਹਰ ਗੱਲ ਵਿਚਾਰਨ ਵਾਲੀ ਆ। ਇਸੇ ਤਰ੍ਹਾਂ ਜੇ ਤੁਸੀਂ ਕਦੇ ਜੇਲ੍ਹ ਗਏ, ਮੰਨ ਲਓ ਆਪਾਂ ਨੂੰ ਕਿਸੇ ਕਾਰਨ ਜੇਲ੍ਹ ਜਾਣਾ ਪੈਂਦਾ, ਸਾਡੇ ਉੱਤੇ ਕੋਈ ਕੇਸ ਜਿਹੜਾ ਆ ਉਹ ਪੈ ਜਾਂਦਾ ਤੇ ਅਸੀਂ ਸਾਰੀ ਉਮਰ ਜਿਹੜੀ ਆ ਸਰਕਾਰੀ ਨੌਕਰੀ ਨਹੀਂ ਲੈ ਸਕਦੇ। ਪਰ ਨੇਤਾ ਜੋ ਭਾਵੇਂ ਉਹ ਕਿੰਨੇ ਵੀ ਘਿਨਾਉਣੇ ਅਪਰਾਧ ਦੇ ਵਿੱਚ, ਉਹਦੇ ਉੱਤੇ ਕਿੰਨੇ ਵੀ ਘਿਨਾਉਣੇ ਅਪਰਾਧ ਦਾ ਦੋਸ਼ ਹੋਵੇ, ਚਾਹੇ ਹੱਤਿਆ ਦਾ ਹੋਵੇ, ਚਾਹੇ ਬਲਾਤਕਾਰ ਦਾ ਕਿਉਂ ਨਾ ਹੋਵੇ, ਪਰ ਉਹ ਫਿਰ ਵੀ ਚੋਣ ਲੜ ਕੇ ਸਾਡੇ ਦੇਸ਼ ਦੇ ਚੰਗੇ ਉੱਚ ਅਹੁਦੇ ਤੇ, ਚਾਹੇ ਉਹ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੱਕ ਦਾ ਕਿਉਂ ਨਾ ਅਹੁਦਾ ਹੋਵੇ, ਉਹਦੇ ਤੇ ਵੀ ਬਿਰਾਜਮਾਨ ਹੋ ਸਕਦਾ ਹੈ। ਇਸੇ ਤਰ੍ਹਾਂ ਦੇਖੋ ਕਿ ਆਪਾਂ ਜੇ ਬੈਂਕ ਦੇ ਵਿੱਚ ਜੌਬ ਲੈਣੀ ਹੈ, ਨੌਕਰੀ ਲੈਣੀ ਆ ਤੇ ਆਪਣਾ ਜਿਹੜਾ ਹੈ ਗ੍ਰੈਜੂਏਟ ਹੋਣਾ ਬਹੁਤ ਜ਼ਰੂਰੀ ਆ। ਲੇਕਿਨ ਇਸ ਦੇ ਉਲਟ ਇੱਕ ਨੇਤਾ, ਇੱਕ ਲੀਡਰ, ਚਾਹੇ ਉਹ ਅਨਪੜ੍ਹ ਅੰਗੂਠਾ ਛਾਪ ਹੋਵੇ ਤੇ ਉਹ ਵਿੱਤ ਮੰਤਰੀ ਬਣ ਸਕਦਾ। ਇਸੇ ਤਰ੍ਹਾਂ ਤੁਸੀਂ ਫੌਜ ਦੇ ਵਿੱਚ, ਇਸੇ ਤਰ੍ਹਾਂ ਤੁਸੀਂ ਫੌਜ ਦੇ ਵਿੱਚ ਜੇ ਨੌਕਰੀ ਲੈਣੀ ਤੇ ਤੁਹਾਨੂੰ ਜਿਹੜੀ ਆ ਡਿਗਰੀ ਦੇ ਨਾਲ, ਚੰਗੀ ਪੜ੍ਹਾਈ ਦੇ ਨਾਲ 10 ਕਿਲੋਮੀਟਰ ਦੀ ਦੌੜ ਵੀ ਕਰਨੀ ਪੈਂਦੀ ਆ। ਪਰ ਜਿਹੜਾ ਨੇਤਾ ਆ ਉਹ ਲੂਲਾ ਲੰਗੜਾ ਅਪਾਹਜ ਵੀ ਹੋਵੇ ਤੇ ਤਾਂ ਵੀ ਉਹ ਜਿਹੜਾ ਆ ਰੱਖਿਆ ਮੰਤਰੀ ਬਣ ਸਕਦਾ। ਤੁਸੀਂ ਦੌੜ ਵਿੱਚੋਂ ਰਹਿ ਜਾਂਦੇ ਆ ਤੇ ਜੌਬ ਨਹੀਂ ਕਰ ਸਕਦੇ। ਜਦ ਵੀ ਕਿਸੇ ਵੀ ਤਰ੍ਹਾਂ ਦਾ ਅੰਗਹੀਣ ਵੀ ਹੋਵੇ ਨੇਤਾ, ਉਹ ਵੀ ਇੱਕ ਰੱਖਿਆ ਮੰਤਰੀ ਜਿਹੜਾ ਆ ਸਾਡੇ ਦੇਸ਼ ਦਾ ਬਣ ਸਕਦਾ ਆ। ਚਾਹੇ ਉਹ ਜਲ ਸੈਨਾ ਹੋਵੇ, ਥਲ ਸੈਨਾ ਹੋਵੇ, ਵਾਯੂ ਸੈਨਾ ਹੋਵੇ। ਫਿਰ ਹੋਰ ਗੱਲ ਵਿਚਾਰਨ ਵਾਲੀ ਆ ਕਿ ਇੱਕ ਖਾਨਦਾਨ ਦੇ ਵਿੱਚੋਂ, ਜਿਹਦੇ ਖਾਨਦਾਨ ਦੇ ਵਿੱਚੋਂ ਕੋਈ ਵੀ ਸਕੂਲ ਨਾ ਗਿਆ ਹੋਵੇ, ਉਹ ਖੁਦ ਵੀ ਸਕੂਲ ਨਾ ਗਿਆ ਹੋਵੇ ਤੇ ਉਹ ਇੱਕ ਨੇਤਾ ਚੁਣਿਆ ਜਾਂਦਾ ਤੇ ਉਹ ਸਿੱਖਿਆ ਮੰਤਰੀ ਬਣ ਜਾਂਦਾ। ਕਿਉਂਕਿ ਇੱਕ ਅਨਪੜ੍ਹ ਬੰਦਾ
ਉਹਨੂੰ ਜਿਹੜਾ ਸਿੱਖਿਆ ਮੰਤਰੀ ਬਣਾ ਦਿੱਤਾ ਜਾਂਦਾ ਆ। ਫਿਰ ਗੱਲ ਆਉਂਦੀ ਆ ਕਿ ਤੁਸੀਂ ਕੋਈ ਵੀ ਸਰਕਾਰੀ ਜਿਹੜਾ ਕਰਮਚਾਰੀ ਆ ਉਹ ਚਾਹੇ 30-35 ਸਾਲ ਨੌਕਰੀ ਕੀਤੀ ਹੋਵੇ ਤੇ ਉਹ ਪੈਨਸ਼ਨ ਲੈਣ ਦਾ ਹੱਕਦਾਰ ਨਹੀਂ ਹੁੰਦਾ, ਜਦ ਕਿ ਇੱਕ ਨੇਤਾ 5 ਸਾਲ ਵਾਸਤੇ ਚੁਣਿਆ ਜਾਂਦਾ ਆ ਤੇ ਉਹ ਇੱਕ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ, ਪੈਨਸ਼ਨ ਲੈਂਦਾ ਆ। ਇਸੇ ਤਰ੍ਹਾਂ ਗੱਲ ਵਿਚਾਰਨ ਵਾਲੀ ਆ। ਗੱਲਾਂ ਬਹੁਤ ਨੇ। ਸਾਨੂੰ ਕਿਹਾ ਜਾਂਦਾ ਆ ਕਿ ਤੁਹਾਡੇ ਵਾਸਤੇ, ਸਾਡੀਆਂ ਸਤਿਕਾਰਯੋਗ ਮਾਵਾਂ ਭੈਣਾਂ ਬੀਬੀਆਂ ਵਾਸਤੇ 1000 ਰੁਪਈਆ ਦੇ ਦਿੱਤਾ ਜਾਊਗਾ। ਕੋਈ ਪਾਰਟੀ 2000 ਕਹਿ ਰਹੀ ਆ, ਕੋਈ ਵੱਧ ਕਹਿ ਰਹੀ ਆ। ਫਿਰ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਦੇ ਲਾਰੇ ਲਾਏ ਜਾਂਦੇ ਆ ਵੀ ਅਸੀਂ ਤੁਹਾਨੂੰ ਆਹ, ਸਾਡੀ ਪਾਰਟੀ ਤੁਹਾਨੂੰ ਆਹ ਸਹੂਲਤ ਦੇਵੇਗੀ, ਸਾਡੀ ਪਾਰਟੀ ਤੁਹਾਨੂੰ ਆਹ ਸਹੂਲਤ ਦੇਵੇਗੀ। ਅਤੇ ਸਾਡੀ ਜਿਹੜੀ ਵੋਟ ਆ ਉਹ ਸਾਡੇ ਕੋਲੋਂ ਲੈ ਲਈ ਜਾਂਦੀ ਆ। ਅਸੀਂ ਚੰਦ ਰੁਪਈਆਂ ਦੇ ਲਾਲਚ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੇ ਲਾਲਚ ਦੇ ਵਿੱਚ ਆਣ ਕੇ ਆਪਣਾ ਬਹੁਤ ਹੀ ਕੀਮਤੀ ਵੋਟ ਜਿਹੜਾ ਅਸੀਂ ਗਮਰਾਹ ਹੋ ਕੇ, ਇੱਕ ਧੋਖੇ ਦਾ ਸ਼ਿਕਾਰ ਹੋ ਕੇ ਜਿਹੜਾ ਅਸੀਂ ਦੇ ਦਿੰਦੇ ਹਾਂ। ਪਰ ਅਸੀਂ ਇਹ ਨਹੀਂ ਵਿਚਾਰਦੇ ਕਿ ਇਹ ਅਸੀਂ ਆਪਣੇ ਆਪ ਨਾਲ ਧੋਖਾ ਕਰ ਰਹੇ ਹਾਂ, ਕਿਸੇ ਨਾਲ ਨਹੀਂ। ਅਸੀਂ ਆਪਣੇ ਆਪ ਦੇ ਨਾਲ ਜਿਹੜਾ ਇਹ ਧੋਖਾ ਕਰ ਰਹੇ ਹਾਂ। ਗੱਲ ਬਹੁਤ ਵਿਚਾਰਨ ਵਾਲੀ ਆ। ਸਾਨੂੰ ਹਰ ਇੱਕ ਪਿੰਡ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਹੋਵੇ, ਮੈਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਜ਼ਿਕਰ ਨਹੀਂ ਕਰਦਾ, ਪਰ ਲੇਕਿਨ ਸਾਨੂੰ ਸਭ ਤੋਂ ਪਹਿਲਾਂ ਉਹਨਾਂ ਦੇ ਕੋਲੋਂ ਮੰਗਣਾ ਕੀ ਚਾਹੀਦਾ ਕਿ ਸਿਹਤ ਸੇਵਾਵਾਂ। ਅਸੀਂ ਦੇਖਦੇ ਹਾਂ ਕਿ ਸਾਡੇ ਸਰਕਾਰੀ ਹਸਪਤਾਲ ਬਣੇ ਆ, ਡਿਸਪੈਂਸਰੀਆਂ ਬਣੀਆਂ ਆ, ਉੱਥੇ ਡਾਕਟਰ ਨਹੀਂ, ਉੱਥੇ ਦਵਾਈਆਂ ਨਹੀਂ। ਸਿਹਤ ਸਹੂਲਤਾਂ ਦੀ ਘਾਟ ਕਾਰਨ ਜਿਹੜਾ ਆ ਅਣਗਿਣਤ ਮੌਤਾਂ ਹਰ ਸਾਲ ਜਿਹੜੀਆਂ ਹੁੰਦੀਆਂ ਆ। ਹਜ਼ਾਰਾਂ ਇਨਸਾਨ ਜਿਹੜੇ ਆਪਣੀਆਂ ਜ਼ਿੰਦਗੀਆਂ ਤੋਂ ਹੱਥ ਧੋ ਲੈਂਦੇ, ਕਿਉਂਕਿ ਬਹੁਤ ਜ਼ਿਆਦਾ ਆਰਥਿਕ ਤੌਰ 'ਤੇ ਲੋਕ ਕਮਜ਼ੋਰ ਨੇ। ਖਾਸ ਕਰਕੇ ਜੋ ਆ ਕਰੋਨੇ ਦਾ ਦੌਰ ਗੁਜ਼ਰਿਆ, ਉਹਦੇ ਕਾਰਨ 'ਤੇ ਜਿਹੜੀ ਆਰਥਿਕ ਮੰਦਹਾਲੀ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਕਾਰਨ ਪ੍ਰਾਈਵੇਟ ਹੌਸਪੀਟਲਾਂ ਦੇ ਵਿੱਚ ਮਹਿੰਗਾ ਇਲਾਜ ਲੋਕਾਂ ਦੇ ਕੋਲੋਂ ਨਹੀਂ ਕਰਵਾਇਆ ਜਾਂਦਾ ਅਤੇ ਆਪਣੇ ਪਰਿਵਾਰ ਦੇ ਜੀਅ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਜਾਂਦਿਆਂ ਹੋਇਆਂ ਦੇਖਦੇ ਆ, ਜਿਹੜਾ ਕਿ ਮੌਤ ਦੇ ਮੂੰਹ ਦੇ ਵਿੱਚ ਚਲਿਆ ਜਾਂਦਾ। ਅਤੇ ਜੇ ਸਾਡਾ ਸਰਕਾਰੀ ਸਿਸਟਮ ਸਹੀ ਹੋਵੇ, ਸਾਡੀਆਂ ਸਿਹਤ ਸੇਵਾਵਾਂ ਸਹੀ ਹੋਣ, ਅਤੇ ਕਦੇ ਵੀ ਜਿਹੜਾ ਆ ਕੋਈ ਵੀ ਜਿਹੜਾ ਮਰੀਜ਼, ਕੋਈ ਵੀ ਇਨਸਾਨ ਇਸ ਜ਼ਿੰਦਗੀ ਨੂੰ ਅਲਵਿਦਾ ਨਹੀਂ ਕਹਿ ਸਕਦਾ। ਕੋਈ ਵੀ ਜਿਹੜਾ ਇਨਸਾਨ ਮਰ ਨਹੀਂ ਸਕਦਾ। ਬਹੁਤ ਵੱਡੀ ਘਾਟ ਆ। ਸਾਨੂੰ ਮੰਗ ਕਰਨੀ ਚਾਹੀਦੀ ਆ ਸਿਹਤ ਸੇਵਾਵਾਂ ਦੇ ਸਿਸਟਮ ਨੂੰ ਸਹੀ ਢੰਗ ਦੇ ਵਿੱਚ ਸਰਕਾਰ ਲੈ ਕੇ ਆਵੇ, ਵੱਧ ਤੋਂ ਵੱਧ ਸਹੂਲਤਾਂ ਮਿਲਣ, ਸਰਕਾਰੀ ਹੌਸਪੀਟਲਾਂ ਦੇ ਵਿੱਚ ਸੁਚੱਜੇ ਪ੍ਰਬੰਧ ਹੋਣ, ਗਰੀਬ ਅਤੇ ਪਛੜੇ ਵਰਗਾਂ ਨੂੰ ਫ੍ਰੀ ਇਲਾਜ ਹੋਵੇ, ਤਾਂ ਜੋ ਕੋਈ ਵੀ ਇਨਸਾਨ ਜਿਹੜਾ ਆ ਕਿਸੇ ਦਵਾਈਆਂ ਤੋਂ, ਸਿਹਤ ਸੇਵਾਵਾਂ ਦੀ ਘਾਟ ਕਾਰਨ ਮਰ ਨਾ ਸਕੇ। ਇਸੇ ਤਰ੍ਹਾਂ ਐਜੂਕੇਸ਼ਨ ਦਾ, ਵਿੱਦਿਆ ਦਾ ਮੁੱਦਾ ਅਸੀਂ ਦੇਖਦੇ ਹਾਂ ਕਿ ਅੱਜ ਕਿ ਸਾਡੇ ਜਿਹੜੇ ਆ ਸਰਕਾਰੀ ਸਕੂਲ ਜਾਂ ਸਾਡੇ ਜਿਹੜੇ ਸਕੂਲ ਆ ਉਹ ਬੰਦ ਕਰ ਦਿੱਤੇ ਗਏ ਆ ਕਿ ਕਰੋਨੇ ਦੀ ਮਹਾਮਾਰੀ ਜਿਹੜੀ ਬਿਮਾਰੀ ਆ ਉਹਦੇ ਕਾਰਨ। ਕਿ ਅਸੀਂ ਪਿਛਲੇ 2 ਸਾਲਾਂ ਤੋਂ ਜਿਹੜੀ ਇਹ ਕਰੋਨੇ ਦੀ ਮਾਰ ਨੂੰ ਝੱਲਦੇ ਆ ਰਹੇ ਹਾਂ।
ਬੱਚਿਆਂ ਨੂੰ ਵਿੱਦਿਆ ਦੇ ਤੌਰ 'ਤੇ, ਪੜ੍ਹਾਈ ਦੇ ਤੌਰ 'ਤੇ ਬੱਚੇ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਆ, ਕਿਉਂਕਿ ਆਨਲਾਈਨ ਜਿਹੜੀ ਸਟੱਡੀ ਆ ਉਹਦਾ ਜਿਹੜਾ ਜ਼ਰੀਆ ਬਣਾਇਆ, ਉਹਦੇ ਨਾਲ ਬੱਚੇ ਇੱਕ ਪਰਿਵਾਰਾਂ ਦੇ ਵਿੱਚ ਘਰਾਂ 'ਚ ਰਹਿ ਕੇ, ਮੈਂ ਹੀ ਨਹੀਂ, ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ, ਤੁਸੀਂ ਵੀ ਆਪਣੇ ਪਰਿਵਾਰ ਦੇ ਵਿੱਚ ਦੇਖੋ, ਤੁਹਾਡੇ ਵੀ ਬੱਚੇ ਨੇ, ਹਰ ਇੱਕ ਇਨਸਾਨ ਦੇ ਬੱਚੇ ਨੇ, ਕਿ ਬੱਚੇ ਘਰਾਂ ਵਿੱਚ ਰਹਿ ਕੇ ਪੜ੍ਹ ਸਕਦੇ ਆ। ਜੇ ਬੱਚੇ ਘਰਾਂ ਵਿੱਚ ਰਹਿ ਕੇ ਪੜ੍ਹ ਸਕਦੇ ਹੋਣ ਤਾਂ ਸਾਨੂੰ ਸਕੂਲਾਂ ਵਿੱਚ ਕਦੇ ਬੱਚਿਆਂ ਨੂੰ ਤੋਰਨ ਦੀ ਲੋੜ ਨਾ ਪਵੇ, ਪਰ ਨਹੀਂ, ਬੱਚੇ ਸਕੂਲ ਵਿੱਚ ਜਾ ਕੇ ਪੜ੍ਹ ਸਕਦੇ ਆ। ਸਾਡਾ ਵਿੱਦਿਆ ਦਾ ਮਿਆਰ ਦਿਨੋਂ ਦਿਨ ਗਿਰਦਾ ਜਾ ਰਿਹਾ। ਅਸੀਂ ਸੁਣਦੇ ਆ ਰਹੇ ਹਾਂ, ਵਿੱਦਿਆਹੀਣ ਨਰ ਪਸ਼ੂ ਸਮਾਨ, ਕਿ ਜਿਹੜਾ ਇਨਸਾਨ ਵਿੱਦਿਆ ਗ੍ਰਹਿਣ ਨਹੀਂ ਕਰਦਾ, ਉਹ ਇੱਕ ਨਰ ਜਿਹੜਾ ਆ, ਉਹ ਇਨਸਾਨ ਆ, ਇੱਕ ਪਸ਼ੂ ਦੇ ਸਮਾਨ ਆ। ਤੇ ਸਾਨੂੰ ਜਿਹੜਾ ਸਾਡਾ ਵਿੱਦਿਆ ਦਾ ਮਿਆਰ ਆ, ਉਹਦੇ ਵਿੱਚ ਗਿਰਾਵਟ ਆ ਰਹੀ ਆ, ਉਹ ਡਿੱਗਦਾ ਜਾ ਰਿਹਾ ਆ, ਕਿਉਂਕਿ ਪਹਿਲਾਂ ਕਰੋਨੇ ਦੀ ਮਾਰ ਸੀ। ਇਸ ਕਰਕੇ ਸਾਨੂੰ ਮੰਗ ਕਰਨੀ ਚਾਹੀਦੀ ਆ ਹਰ ਇੱਕ ਨੇਤਾ ਕੋਲੋਂ, ਹਰ ਇੱਕ ਲੀਡਰ ਕੋਲੋਂ, ਕਿ ਸਾਡਾ ਵਿੱਦਿਅਕ ਜਿਹੜਾ ਢਾਂਚਾ ਆ ਉਹਨੂੰ ਸਹੀ ਢੰਗ ਨਾਲ ਚਲਾਓ। ਸਾਡਾ ਵਿੱਦਿਆ ਦਾ ਜੋ ਸਿਸਟਮ ਆ ਉਹ ਸਹੀ ਲੀਹਾਂ 'ਤੇ ਚੱਲੇ। ਬੱਚਿਆਂ ਦੀ ਪ੍ਰੋਪਰ ਤੌਰ 'ਤੇ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ, ਜਿਹੜੇ ਬੱਚੇ ਬੱਚੀਆਂ ਲਾਇਕ ਨੇ, ਉਹਨਾਂ ਨੂੰ ਫ੍ਰੀ ਪੜ੍ਹਾਇਆ ਜਾਵੇ। ਐਜੂਕੇਸ਼ਨ ਦੀਆਂ ਸਹੂਲਤਾਂ ਜਿਹੜੀਆਂ ਵੱਧ ਤੋਂ ਵੱਧ ਪਬਲਿਕ ਨੂੰ ਦਿੱਤੀਆਂ ਜਾਣ, ਤਾਂ ਜੋ ਬੱਚਿਆਂ ਦਾ ਵਿੱਦਿਆ ਪੱਖੋਂ ਮਿਆਰ ਜਿਹੜਾ ਆ ਉੱਚਾ ਹੋਵੇ, ਬੱਚੇ ਹੁਨਰਮੰਦ ਹੋਣ। ਇਹ ਦੋ ਜਿਹੜੀਆਂ ਮੰਗਾਂ ਸਾਡੀਆਂ ਬਹੁਤ ਜ਼ਰੂਰੀ ਆ, ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ। ਤੀਸਰਾ ਕਿ ਅਸੀਂ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਜਾਂ ਬੇਇਨਸਾਫੀ ਨੂੰ ਖਤਮ ਕਰਨ ਦੀ ਰੱਟ ਬੜੇ ਪਿਛਲੇ ਸਮਿਆਂ ਤੋਂ ਲਾਉਂਦੇ ਆ ਰਹੇ ਹਾਂ, ਤੇ ਬੜੇ ਅਸੀਂ ਵਾਅਦੇ ਵੀ ਸੁਣਦੇ ਆ ਰਹੇ ਹਾਂ ਪਿਛਲੇ ਬੜੇ ਸਮਿਆਂ ਤੋਂ, ਕਿ ਰਿਸ਼ਵਤਖੋਰੀ ਬੰਦ ਕਰ ਦਿੱਤੀ ਜਾਵੇਗੀ, ਭ੍ਰਿਸ਼ਟਾਚਾਰ ਦਾ ਖਾਤਮਾ ਹੋਵੇਗਾ, ਕਿਸੇ ਨਾਲ ਵੀ ਕੋਈ ਬੇਇਨਸਾਫੀ ਨਹੀਂ ਹੋਵੇਗੀ। ਤੇ ਤੁਸੀਂ ਨਿੱਤ ਪ੍ਰਤੀ ਦੇਖਦੇ ਫਿਰ ਬੇਇਨਸਾਫੀਆਂ ਕਿਉਂ ਹੁੰਦੀਆਂ? ਕੀ ਮੈਂ ਪੁੱਛਣਾ ਚਾਹੁੰਦਾ, ਭ੍ਰਿਸ਼ਟਾਚਾਰ ਬੰਦ ਹੋ ਗਿਆ? ਕੀ ਰਿਸ਼ਵਤਖੋਰੀ ਬੰਦ ਹੋ ਗਈ? ਕਿ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਹੁੰਦੀ? ਕਿਸੇ ਨਾਲ ਕੋਈ ਧੱਕਾ ਨਹੀਂ ਹੁੰਦਾ? ਕਿਸੇ ਨੂੰ ਨਿਆਂ ਲੈਣ ਵਾਸਤੇ ਧੱਕੇ ਨਹੀਂ ਖਾਣੇ ਪੈਂਦੇ? ਥਾਂ ਰੁਲਣਾ ਨਹੀਂ ਪੈਂਦਾ? ਕੀ ਕਾਰਨ ਆ? ਕਾਰਨ ਆ ਹੈ ਕਿ ਸਾਨੂੰ ਖੁਦ ਨੂੰ ਆਪਣੇ ਅਧਿਕਾਰ ਨਹੀਂ ਪਤਾ, ਸਾਨੂੰ ਸਾਡੇ ਰਾਈਟਸ ਨਹੀਂ ਪਤਾ। ਇਸ ਕਰਕੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਆਪਣਾ ਸਮਾਂ, ਅੱਜ ਤੇ ਸੋਸ਼ਲ ਮੀਡੀਆ ਦਾ ਯੁੱਗ ਆ, ਇੱਕ ਅਨਪੜ੍ਹ ਬੰਦਾ ਵੀ ਜਿਹੜਾ, ਜਿਸ ਨੇ ਵਿੱਦਿਆ ਨਹੀਂ ਗ੍ਰਹਿਣ ਕੀਤੀ, ਉਹ ਵੀ ਜਿਹੜਾ ਆ ਸੋਸ਼ਲ ਮੀਡੀਆ ਰਾਹੀਂ, YouTube ਦਾ ਸਿਸਟਮ ਆ, ਹੋਰ ਵੀ ਕਈ ਤਰੀਕੇ ਨੇ, ਉਹਨਾਂ ਤਰੀਕਿਆਂ ਰਾਹੀਂ ਤੁਸੀਂ ਜਿਹੜਾ ਆ ਵੱਧ ਤੋਂ ਵੱਧ ਆਪ ਵੀ ਜੋ ਸਾਡੇ ਦੇਸ਼ ਦੇ ਲਿਖੇ ਗਏ ਹੋਏ ਹਰ ਇੱਕ ਇਨਸਾਨ ਵਾਸਤੇ ਮਨੁੱਖੀ ਅਧਿਕਾਰ, ਸਾਡੇ ਅਧਿਕਾਰ ਕੀ ਨੇ, ਉਹਨਾਂ ਦਾ ਵੱਧ ਤੋਂ ਵੱਧ ਗਿਆਨ ਜਿਹੜਾ ਤੁਸੀਂ ਲਵੋ। ਤੇ ਬੱਚਿਆਂ ਨੂੰ ਵੀ, ਤੇ ਖਾਸ ਕਰਕੇ ਮੈਂ ਸਾਰੇ ਹੀ ਹੱਥ ਜੋੜ ਕੇ ਸਤਿਕਾਰਯੋਗ ਭੈਣਾਂ, ਵੀਰਾਂ, ਬਜ਼ੁਰਗਾਂ, ਮਾਪਿਆਂ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਇਹ ਜਿਹੜੇ 3 ਮੁੱਦੇ ਆ, ਪਹਿਲਾ ਮੁੱਦਾ ਇਹ ਕਿ ਹਰ ਇੱਕ ਸਕੂਲ ਦੇ ਵਿੱਚ ਬੱਚਿਆਂ ਨੂੰ ਜਿਹੜੀ ਆ ਪੜ੍ਹਾਈ ਕਰਾਈ ਜਾਵੇ, ਸੁਚੱਜੇ ਢੰਗ ਨਾਲ ਕਰਾਈ ਜਾਵੇ। ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ ਉਹਨਾਂ ਨੂੰ ਫ੍ਰੀ ਜਿਹੜੀ ਆ, ਜੋ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ, ਸਾਡੇ ਦੇਸ਼ ਦੇ ਕਾਨੂੰਨ 'ਚ ਲਿਖਿਆ, ਉਹਨਾਂ ਨੂੰ ਮੁਫਤ ਵਿੱਦਿਆ ਦਿੱਤੀ ਜਾਵੇ। ਇਸੇ ਤਰੀਕੇ ਦੇ ਨਾਲ ਜਿਹੜਾ ਆ ਕਿ ਇਲਾਜ, ਕੋਈ ਵੀ ਜਿਹੜਾ ਆ ਸਾਡੀਆਂ ਸਿਹਤ ਸੇਵਾਵਾਂ, ਸਿਹਤ ਸਹੂਲਤਾਂ ਜਿਹੜੀਆਂ ਸਾਡੀਆਂ, ਉਹਨਾਂ ਦੇ ਵਿੱਚ ਸੁਧਾਰ ਕੀਤਾ ਜਾਵੇ। ਜੋ ਵੀ ਕੋਈ ਭਿਆਨਕ ਬਿਮਾਰੀ, ਕੋਈ ਪਛੜੇ ਵਰਗ ਦਾ, ਕੋਈ ਗਰੀਬ ਵਰਗ ਜਿਹੜਾ ਆ, ਕੋਈ ਵੀ ਇਨਸਾਨ ਆ, ਇਨਸਾਨ ਤੇ ਇਨਸਾਨ ਆ, ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਵੀ ਲਿਖਿਆ ਗਿਆ, ਤੇ ਸਾਡੇ ਜਿਹੜੇ ਰਾਈਟਸ ਆ ਉਹ ਵੀ ਬਰਾਬਰ ਆ। ਰਾਈਟ ਸਾਡੇ ਕੋਈ ਵੱਖਰੇ ਨਹੀਂ, ਨਾ ਅਮੀਰੀ ਗਰੀਬੀ ਨੂੰ ਲੈ ਕੇ, ਨਾ ਜਾਤ ਪਾਤ ਨੂੰ ਲੈ ਕੇ,
ਨਾ ਕਿਸੇ ਧਰਮ ਨੂੰ ਲੈ ਕੇ ਤੇ ਨਾ ਕਿਸੇ ਲਿੰਗ ਨੂੰ ਲੈ ਕੇ। ਆਦਮੀ ਤੇ ਔਰਤ ਵਿੱਚ ਕੋਈ ਅਧਿਕਾਰਾਂ ਨੂੰ ਲੈ ਕੇ ਫਰਕ ਨਹੀਂ। ਕਿਸੇ ਧਰਮ ਦੇ ਲੈਵਲ ਦੇ ਉੱਤੇ ਅਧਿਕਾਰਾਂ ਨੂੰ ਵੰਡਿਆ ਨਹੀਂ ਜਾ ਸਕਦਾ। ਕਿਸੇ ਜਾਤ ਪਾਤ ਦੇ ਵਿਤਕਰੇ ਦੇ ਅਧਿਕਾਰਾਂ ਨੂੰ ਵੰਡਿਆ ਨਹੀਂ ਜਾ ਸਕਦਾ। ਕਿਸੇ ਅਮੀਰੀ ਗਰੀਬੀ ਦੇ ਵਿਤਕਰੇ ਦੇ ਅਧਿਕਾਰਾਂ ਨੂੰ ਵੰਡਿਆ ਨਹੀਂ ਜਾ ਸਕਦਾ। ਅਧਿਕਾਰ ਸਭ ਦੇ ਬਰਾਬਰ ਨੇ। ਸੋ ਇਸ ਕਰਕੇ ਤਿੰਨ ਜਿਹੜੀਆਂ ਸਹੂਲਤਾਂ, ਇੱਕ ਤੇ ਸਿਹਤ ਸੇਵਾਵਾਂ ਸਹੀ ਸਿਸਟਮ ਹੋਣਾ ਚਾਹੀਦਾ, ਸਹੀ ਢੰਗ ਦੇ ਨਾਲ ਜਿਹੜੀਆਂ ਆ ਦੇਸ਼ ਦੀ ਸਮੁੱਚੀ ਜਨਤਾ ਨੂੰ ਜਿਹੜੀਆਂ ਮਿਲਣੀਆਂ ਚਾਹੀਦੀਆਂ। ਤੇ ਦੂਜਾ ਵਿੱਦਿਆ ਦਾ ਮਿਆਰ ਉੱਚਾ ਹੋਣਾ ਚਾਹੀਦਾ ਆ। ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੀ ਆ ਐਜੂਕੇਸ਼ਨ ਦੀ ਸਹੂਲਤ ਮਿਲਣੀ ਚਾਹੀਦੀ ਆ। ਵਿੱਦਿਆ ਦੀ ਮੁਫਤ ਸਹੂਲਤ ਜਿਹੜੀ ਵਿੱਦਿਆ ਦੀ ਮੁਫਤ ਸਹੂਲਤ ਆ ਉਹ ਦਿੱਤੀ ਜਾਣੀ ਚਾਹੀਦੀ ਆ। ਤੇ ਨੰਬਰ 3 ਤੇ ਜਿਹੜਾ ਸਾਨੂੰ ਸਾਡੇ ਅਧਿਕਾਰਾਂ ਤੋਂ ਜਾਣੂ ਹੋਣਾ ਚਾਹੀਦਾ ਆ। ਜੇ ਤੁਸੀਂ ਇਹ ਤਿੰਨ ਜਿਹੜੀਆਂ ਆ ਨੌਲੇਜ, ਗਿਆਨ, ਤਿੰਨ ਮੁੱਦੇ ਉਠਾਓਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਨੂੰ ਪਤਾ ਹੋਊਗਾ ਸਾਡੇ ਰਾਈਟਸ ਕੀ ਬਣਦੇ ਆ, ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ, ਉਹਨਾਂ ਨੂੰ ਉਹ ਇਸ ਗੱਲ ਤੋਂ ਆਉਣ ਵਾਲੇ ਸਮੇਂ 'ਚ ਜਾਣੂ ਹੋਣਗੇ ਕਿ ਸਾਡੇ ਰਾਈਟਸ ਕੀ ਬਣਦੇ ਆ। ਜਦੋਂ ਇੱਕ ਇਨਸਾਨ ਨੂੰ ਪਤਾ ਹੋਵੇਗਾ ਕਿ ਮੇਰਾ ਇਹ ਰਾਈਟਸ ਬਣਦਾ, ਫਿਰ ਉਹਦੇ ਨਾਲ ਕੋਈ ਵੀ ਬੇਇਨਸਾਫੀ ਨਹੀਂ ਕਰ ਸਕਦਾ, ਉਹਦੇ ਨਾਲ ਕੋਈ ਨਹੀਂ ਵਿਤਕਰਾ ਕਰ ਸਕਦਾ, ਨਾ ਹੀ ਉਹ ਠੱਗੀ ਦਾ ਸ਼ਿਕਾਰ ਹੋ ਸਕਦਾ। ਇਸ ਕਰਕੇ ਜਿਹੜਾ ਆ, ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਜਿਹੜੇ ਨੇਤਾ ਤੇ ਜਨਤਾ, ਕਿਉਂਕਿ ਨੇਤਾ ਚੁਣਿਆ ਜਾਂਦਾ ਜਨਤਾ ਦੀ ਵੋਟ ਦੇ ਨਾਲ, ਅਸੀਂ ਵੋਟ ਦਿੰਦੇ ਹਾਂ ਤੇ ਇੱਕ ਨੇਤਾ ਚੁਣਿਆ ਜਾਂਦਾ, ਇੱਕ ਲੀਡਰ ਚੁਣਿਆ ਜਾਂਦਾ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ। ਤੋ ਇਸ ਕਰਕੇ ਜਿਹੜਾ ਵੋਟਰ ਆ, ਆਮ ਪਬਲਿਕ ਆ, ਜਨਤਾ ਆ, ਉਹਦੇ ਵਿੱਚ ਤੇ ਨੇਤਾ ਦੇ ਜਿਹੜੇ ਆ ਇਹ ਕਾਨੂੰਨ ਜਿਹੜੇ ਵੱਖ-ਵੱਖ ਨਹੀਂ ਹੋਣੇ ਚਾਹੀਦੇ, ਸਮਾਨ ਹੋਣਾ ਚਾਹੀਦਾ ਆ। ਜੋ ਇਹ ਵਿਤਕਰਾ, ਜੋ ਇਹ ਸਰਕਾਰੀ ਤੰਤਰ ਚੱਲਦਾ ਆ ਰਿਹਾ, ਇਹਨੂੰ ਖਤਮ ਕਰੀਏ। ਜੇ ਤੁਸੀਂ ਚਾਹੁੰਦੇ ਆ ਕਿ ਇਹ ਸਰਕਾਰੀ ਤੰਤਰ ਜਿਹੜਾ ਆ ਖਤਮ ਹੋਵੇ, ਇਹ ਧੋਖਾ ਖਤਮ ਹੋਵੇ, ਇੱਕ ਨੇਤਾ ਤੇ ਇੱਕ ਜਨਤਾ ਨੂੰ ਬਰਾਬਰ ਦਾ ਅਧਿਕਾਰ ਹੋਵੇ, ਤੇ ਤਾਂ ਤੁਸੀਂ ਸਾਡੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਜਿਹੜਾ ਆ ਲੋਕਾਂ ਤੱਕ ਪਹੁੰਚਾਓ, ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ, ਜਾਂ ਸਾਡੇ ਸਮੁੱਚੇ ਹਰ ਦੇਸ਼ ਵਾਸੀ ਤੱਕ ਸਾਡਾ ਇਹ ਮੈਸੇਜ ਪਹੁੰਚੇ। ਤੇ ਜਿਹੜਾ ਆ ਅਸੀਂ ਫਿਰ ਨੰਬਰ 2 ਦੇ ਉੱਤੇ ਜਿਹੜੀਆਂ ਅਸੀਂ ਇਹ ਤਿੰਨ ਸਹੂਲਤਾਂ ਜੋ ਸਾਡਾ ਰਾਈਟ ਬਣਦਾ ਆ, ਕਿਉਂਕਿ ਅਸੀਂ ਦੇਸ਼ ਦੇ ਵਾਸੀ ਹਾਂ, ਸਾਡੇ ਸੰਵਿਧਾਨ ਦੀ ਲਿਖਤ ਆ, ਸਾਨੂੰ ਜੋ ਸਾਡੇ ਸੰਵਿਧਾਨ ਦੁਆਰਾ ਡਾਕਟਰ ਸਾਹਿਬ ਅੰਬੇਦਕਰ ਜੀ, ਭੀਮ ਰਾਓ ਜੀ ਦੀ ਲਿਖਤ ਦੁਆਰਾ ਅਧਿਕਾਰ ਦਿੱਤੇ ਗਏ ਹਨ। ਅਸੀਂ ਕੋਈ ਕਿਸੇ ਤੋਂ ਭੀਖ ਨਹੀਂ ਮੰਗਣੀ, ਉਹ ਅਸੀਂ ਮੰਗ ਕਰੀਏ ਸਰਕਾਰੀ ਜਿਹੜੀਆਂ ਸਾਡੀਆਂ ਸਿਹਤ ਸਹੂਲਤਾਂ, ਸਾਡੀ ਵਿੱਦਿਆ ਨੂੰ ਲੈ ਕੇ, ਸਾਡੀ ਸਟੱਡੀ ਦੀਆਂ ਸਹੂਲਤਾਂ, ਸਾਡੀ ਵਿੱਦਿਆ ਨੂੰ ਸੁਚਾਰੂ ਢੰਗ ਨਾਲ ਬੱਚਿਆਂ ਨੂੰ ਮਿਲੇ, ਸਿਹਤ ਸਹੂਲਤਾਂ ਮਿਲਣ, ਤੇ ਸਾਨੂੰ ਸਾਡੇ ਜਿਹੜੇ ਅਧਿਕਾਰ ਤੋਂ ਜਾਣੂ ਹੋ ਕੇ ਸਾਡੇ ਜਿਹੜਾ ਸਿਸਟਮ ਆ ਉਹ ਸਹੀ ਲੀਹਾਂ 'ਤੇ ਤਾਂ ਹੀ ਆ ਸਕਦਾ ਜੇ ਹਰ ਇੱਕ ਬੰਦਾ, ਹਰ ਇੱਕ ਇਨਸਾਨ, ਹਰ ਦੇਸ਼ ਵਾਸੀ ਇਹਨਾਂ ਮੁੱਦਿਆਂ ਤੋਂ ਜਾਣੂ ਹੋਊਗਾ। ਤਾਂ ਹੀ ਭ੍ਰਿਸ਼ਟਾਚਾਰ ਖਤਮ ਹੋ ਸਕਦਾ, ਤਾਂ ਹੀ ਰਿਸ਼ਵਤਖੋਰੀ ਖਤਮ ਹੋ ਸਕਦੀ ਆ, ਤੇ ਤਾਂ ਹੀ ਬੇਇਨਸਾਫੀ ਜਿਹੜੀ ਰੁਕ ਸਕਦੀ ਆ। ਨਹੀਂ ਤਾਂ ਜਿਹੜੀ ਰੱਟ ਲਗਾਈ ਜਾਓ, ਅਸੀਂ ਵੀ ਰੱਟ ਲਾਈ ਜਾਵਾਂਗੇ, ਤੁਸੀਂ ਵੀ ਰੱਟ ਲਾਈ ਜਾਓ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰੋ, ਰਿਸ਼ਵਤਖੋਰੀ ਨੂੰ ਖਤਮ ਕਰੋ, ਬੇਇਨਸਾਫੀ ਬੰਦ ਕਰੋ, ਪਰ ਨਹੀਂ ਹੋਊਗੀ। ਇਹ ਮੇਰਾ ਵਾਅਦਾ ਆ, ਨਹੀਂ ਬੰਦ ਹੋਊਗੀ ਜਿੰਨੇ ਚਿਰ ਸਾਨੂੰ ਖੁਦ ਨੂੰ ਗਿਆਨ ਨਹੀਂ। ਸੋ ਹਰ ਕੋਈ ਵੀਰ, ਭੈਣ, ਭਰਾ ਜੇ ਇਹ ਸੋਚ ਵਾਲਾ ਕਿ ਸਾਡੇ ਵਿੱਚ ਤੇ ਨੇਤਾ ਵਿੱਚ ਇਹ ਜੋ ਅੰਤਰ ਇਹ ਖਤਮ ਹੋਵੇ, ਤੇ ਜਿਹੜੀਆਂ ਸਾਨੂੰ ਜ਼ਰੂਰੀ ਸਹੂਲਤਾਂ ਚਾਹੀਦੀਆਂ ਆ ਉਹ ਸਾਨੂੰ ਮਿਲਣ। ਤੇ ਇਸ ਕਰਕੇ ਸਾਡਾ ਮੈਸੇਜ ਜਿਹੜਾ ਆ ਇਹ ਹਰ ਇੱਕ ਵੀਰ, ਭੈਣ, ਭਰਾ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਹਰ ਇੱਕ ਦੇਸ਼ ਵਾਸੀ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪਹੁੰਚਣਾ ਚਾਹੀਦਾ ਹੈ। ਸੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜਿਹੜਾ ਸਾਡੀ ਇਸ ਗੱਲ ਨਾਲ ਨਹੀਂ ਸਹਿਮਤ, ਤੇ ਉਹ ਇਨਸਾਨ ਜਿਹੜਾ ਆ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਨੇਤਾ ਨੂੰ ਦੋਸ਼ ਨਹੀਂ ਦੇ ਸਕਦਾ।
ਜਾਂ ਕਿਸੇ ਵੀ ਸਰਕਾਰੀ ਸਿਸਟਮ ਪ੍ਰਤੀ ਕਿੰਤੂ ਪਰੰਤੂ ਨਹੀਂ ਕਰ ਸਕਦਾ।